ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪਿਆਰ ਕਰਨ ਵਾਲਿਆਂ ਨੇ ਆਖਰ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਚੇਤਾਵਨੀ ਦਿੱਤੀ। ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਇੱਕ ਚੇਤਾਵਨੀ ਦੇ ਰਹੇ ਹਾਂ ਕਿ ਜੇਕਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਰੀਰ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਕੋਈ ਵੀ ਖਿਲਵਾੜ ਕੀਤਾ ਤੇ ਹਿੰਦੁਸਤਾਨ ਦੇ ਤਖਤ ਦੀਆਂ ਅਸੀਂ ਚੂਲਾਂ ਹਿਲਾ ਕੇ ਰੱਖ ਦਿਆਂਗੇ। ਇਹ ਤੱਕ ਡੇਂਗੂ ਦੀ ਜਦੋਂ ਸ਼ਿਕਾਇਤ ਆਈ ਉਹਨਾਂ ਦੀ ਬਾਡੀ 'ਚ ਵੀਕਨੈਸ ਆਈ। ਜਦੋਂ ਵੀਕਨੈਸ ਉਹਨਾਂ ਨੇ ਮਹਿਸੂਸ ਕੀਤੀ ਉਹਨਾਂ ਨੇ ਕੰਸਰਨਡ ਆਫੀਸਰ ਨੂੰ ਇਸ ਗੱਲ ਦੀ ਇਤਲਾਹ ਦਿੱਤੀ ਕਿ ਮੇਰੀ ਬਾਡੀ ਬਹੁਤ ਵੀਕਨੈਸ 'ਚ ਆ ਗਈ ਜਾਂ ਮੇਰੇ ਕੋਲ ਚੱਲਣ ਫਿਰਨ ਦੀ ਵੀ ਜਿਹੜੀ ਮੁਸ਼ਕਿਲ ਆ ਉਹਨਾਂ ਨੇ ਇਗਨੋਰ ਕੀਤਾ। 5-6 ਵਕੀਲਾਂ ਦਾ ਪੈਨਲ ਆ ਜਿਹੜੇ ਜਥੇਦਾਰ ਸਾਹਿਬ ਦੇ ਵੱਖ-ਵੱਖ ਕੇਸ ਦੇਖਦੇ ਨੇ, ਸਾਰਿਆਂ ਦਾ ਹੈਗਾ ਪਰ ਕਿਸੇ ਨੂੰ ਕੋਈ ਇਤਲਾਹ ਨਹੀਂ। ਇੱਥੇ ਤੱਕ ਨੌਬਤ ਆ ਗਈ ਜਦੋਂ ਦੀਨ ਦਿਆਲ ਹਸਪੀਟਲ 'ਚ ਲੈ ਕੇ ਗਏ ਆ, ਸਿਹਤ ਜ਼ਿਆਦਾ ਹੀ ਸੈੱਲ ਡਾਊਨ ਹੋਣ ਕਰਕੇ ਉਹਨਾਂ ਨੂੰ ICU 'ਚ ਸ਼ਿਫਟ ਕਰਨਾ ਪਿਆ। ਆਇਆ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਗਿਆ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਹਨਾਂ ਦੇ ਦਾਅਵੇ ਰਹਿੰਦੇ ਨੇ ਕਿ ਦਿੱਲੀ ਦੀਆਂ ਸਿਹਤ ਸੇਵਾਵਾਂ ਬਹੁਤ ਦਰੁਸਤ ਨੇ, ਪੂਰੇ ਦੇਸ਼ ਤੋਂ ਸਭ ਤੋਂ ਵਧੀਆ ਨੇ ਤੇ ਅਸੀਂ ਸਿਸਟਮ ਬਹੁਤ ਵਧੀਆ ਬਣਾਇਆ ਹੈ ਹੈਲਥ ਦਾ। ਤੇ ਠੀਕ ਹੋਈ ਉੱਥੇ ਜਾ ਕੇ ਜਥੇਦਾਰ ਸਾਹਿਬ 10 ਲੱਖ ਦੇ ਚੁਣੇ ਹੋਏ ਸਰਬੱਤ ਖਾਲਸੇ 'ਚੋਂ ਜਥੇਦਾਰ ਦੇ ਨਾਲ ਇੱਦਾਂ ਦਾ ਵਿਤਕਰਾ, ਔਰ ਉਹ ਸਰਕਾਰ ਕਰੇ ਜਿਹੜੀ ਪੰਜਾਬ 'ਚ ਆ ਕੇ ਦਾਅਵੇ ਕਰਦੀ ਹੈ ਕਿ ਅਸੀਂ ਤੇ ਇੱਦਾਂ ਦਾ ਸਟੈਂਡਰਡ ਕ੍ਰੀਏਟ ਕੀਤਾ ਹੈ ਮੈਡੀਕਲ ਦਾ ਜਿਹਦਾ ਕੋਈ ਹੋਰ ਮਿਸਾਲ ਹੀ ਨਹੀਂ ਹੈਗੀ। ਇੱਥੇ ਤੱਕ ਗੱਲਾਂ ਆਈਆਂ ਨੇ ਕਿ ਜਥੇਦਾਰ ਸਾਹਿਬ ਜਿਹੜੇ ICU ਵਾਰਡ 'ਚ ਸੀ ਉਹਦੇ ਨਾਲ ਜਿਹੜਾ ਬਾਥਰੂਮ ਸੀ ਉਹ ਕਹਿੰਦੇ ਜੀ ਉੱਥੇ ਜਾਣਾ ਐਡਾ ਕੋ ਦੁਰਭਰ ਸੀ ਕਿ ਨਹੀਂ ਜਾ ਸਕਦੇ ਸੀ। ਜਦੋਂ ਮੈਂ ਉਹਨਾਂ ਨੂੰ ਸ਼ਿਕਾਇਤ ਕੀਤੀ ਕਿ ਨਹੀਂ ਉੱਥੇ ਜਾਇਆ ਜਾਂਦਾ ਉਹ ਕਹਿੰਦੇ ਜੀ ਇੱਥੇ ਕਰ ਲਾ ਤੂੰ। ਜਦੋਂ ਇਹ ਗੱਲਾਂ ਸਾਨੂੰ ਪਤਾ ਲੱਗੀਆਂ ਜਥੇਦਾਰ ਸਾਹਿਬ ਦੇ ਬਾਰੇ, ਮੈਂ ਖੁਦ ਕਿਹਾ, ਮੈਂ ਕਿਹਾ ਮੈਨੂੰ ਜਰਨੈਲ ਸਿੰਘ ਦਾ ਨੰਬਰ ਦਿਓ, ਇੱਥੇ ਪੰਜਾਬ 'ਚ ਤੁਰੇ ਫਿਰਦੇ ਨੇ, ਮੈਂ ਇਹਨਾਂ ਨੂੰ ਮਿਲ ਲੈਣਾ, ਮੈਂ ਫੋਨ ਕਰਦਾ। ਤੇ ਮਿਲੇ ਫਿਰ ਤੁਹਾਨੂੰ? ਭਾਈ ਸਾਹਿਬ ਮੈਂ ਘੱਟੋ ਘੱਟ 2 ਜਾਂ 3 ਵਾਰ ਫੋਨ ਕੀਤਾ, ਉਹ ਫੋਨ ਚੱਕਦੇ ਹੀ ਨਹੀਂ ਆ ਜੀ। ਆਏ ਬਗਾਏ ਜੇ ਜਥੇਦਾਰ ਸਾਹਿਬ ਦਾ ਕੋਈ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ? ਜੇਲ੍ਹਾਂ ਇਹਨਾਂ ਦੇ ਕੰਟਰੋਲ 'ਚ ਨੇ, ਦਿੱਲੀ ਸਰਕਾਰ ਦੇ ਕੰਟਰੋਲ 'ਚ ਜੇਲ੍ਹਾਂ ਨੇ, ਹੈਲਥ ਇਹਨਾਂ ਦੇ ਕੰਟਰੋਲ 'ਚ ਆ। ਤੇ ਜੇ ਫਿਰ ਵੀ ਇਦਾਂ ਦਾ ਰਵੱਈਆ ਤੇ ਅਸੀਂ ਕੇਂਦਰ ਨੂੰ ਕਹੀਏ ਕਿ ਕੇਂਦਰ ਤੇ ਇਹ ਸੁੱਟਣ ਕਿ ਕੇਂਦਰ ਦਾ ਮਾੜਾ, ਕੇਂਦਰ ਤੇ ਜਿੱਦਾਂ ਦੀ ਹੈਗੀ ਆ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪਿਆਰ ਕਰਨ ਵਾਲਿਆਂ ਨੇ ਆਖਰ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਚੇਤਾਵਨੀ ਦਿੱਤੀ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਜਾਣਾਂਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਜੀ ਤੇ ਉਹਨਾਂ ਦੇ ਸਾਥੀ ਐਡਵੋਕੇਟ ਇਸ਼ਨੀਤ ਸਿੰਘ ਭਾਟੀਆ ਮੌਜੂਦ ਨੇ। ਐਡਵੋਕੇਟ ਸਾਹਿਬ, ਚੇਤਾਵਨੀ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੋਦੀ ਸਰਕਾਰ ਨੂੰ ਵੀ ਤੇ ਕੇਜਰੀਵਾਲ ਸਾਹਿਬ ਨੂੰ, ਆਖਰ ਕਿਉਂ? ਭਾਈ ਸਾਹਿਬ ਇਹਦੀ ਇੱਦਾਂ ਦਾ ਇੱਕ ਭਾਣਾ ਵਾਪਰਿਆ ਹੈ। 27/10 ਨੂੰ ਮੌਕਾ ਮਿਲਿਆ ਸੀ ਜਥੇਦਾਰ ਸਾਹਿਬ ਨਾਲ ਲੀਗਲ ਮੀਟਿੰਗ ਕਰਨ ਲਈ। ਜਦੋਂ ਮੈਂ ਗਿਆ ਸੀ ਉਦੋਂ ਉਹਨਾਂ ਨੂੰ ਟਾਈਫਾਇਡ ਸੀ, ਉਦੋਂ ਵੀ ਬਿਮਾਰ ਸਨ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਜਿਹੜਾ ਇਲਾਜ ਪ੍ਰੋਪਰ ਕਰਾਓ ਤੇ ਉਹ ਕਹਿੰਦੇ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੁਪਰਡੈਂਟ ਨੂੰ ਆਏ ਬਗਾਏ ਮੈਂ ਕਹਿਣਾ ਰਹਿਣਾ ਕਿ ਮੇਰੀ ਜਿਹੜੀ ਸਿਹਤ ਠੀਕ ਨਹੀਂ ਹੈਗੀ, ਪਰ ਜਿਹੜੀ ਲੋਕਲ ਡਿਸਪੈਂਸਰੀ ਹਰ ਜੇਲ੍ਹ ਦੇ ਵਿੱਚ ਮੌਜੂਦ ਆ ਉੱਥੋਂ ਜਿਹੜੀ ਦਵਾਈ ਮਿਲ ਜਾਂਦੀ ਸੀ ਤੇ ਉਹ ਖਾ ਕੇ ਉਹ ਠੀਕ ਹੋ ਗਏ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਪਿਛਲੇ ਹਫ਼ਤੇ ਤੋਂ ਇਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਆਈ। ਡੇਂਗੂ ਦੀ ਸ਼ਿਕਾਇਤ ਆਉਣ ਦੇ ਨਾਲ ਜਿਹੜਾ ਵਾ ਆਮ ਤੌਰ 'ਤੇ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਡੇਂਗੂ ਦਾ ਫੈਲਾਅ ਹੈਗਾ। ਸਾਡੀ ਪੂਰੀ ਟਰਾਈ ਸਿਟੀ ਦੇ ਵਿੱਚ ਮੌਤਾਂ ਵੀ ਹੋ ਰਹੀਆਂ ਨੇ ਡੇਂਗੂ ਦੇ ਨਾਲ। ਡੇਂਗੂ ਦੀ ਜਦੋਂ ਸ਼ਿਕਾਇਤ ਆਈ ਉਹਨਾਂ ਦੀ ਬਾਡੀ 'ਚ ਵੀਕਨੈਸ ਆਈ। ਵੀਕਨੈਸ ਜਦੋਂ ਜ਼ਿਆਦਾ ਆਈ, ਵੈਸੇ ਤਾਂ ਉਹ ਐਡੇ ਉਹਨਾਂ ਦੀ ਜਿਹੜਾ ਸਰੀਰਕ ਬਣਤਰ ਆ ਬੜੀ ਸਟਰੋਂਗ ਹੈਗੀ ਆ, ਉਹਨਾਂ ਦੀ ਰੋਜ਼ ਦੀ ਐਕਸਰਸਾਈਜ਼ 3-3 4-4 ਘੰਟੇ ਹੈਗੀ ਆ, ਸਿਮਰਨ ਬਹੁਤ ਜ਼ਿਆਦਾ ਹੈਗਾ, ਮਤਲਬ ਕਿ ਉਹ ਆਪਣੇ ਆਪ ਨੂੰ ਬੜੇ ਫਿਜ਼ੀਕਲ ਫਿੱਟ ਰੱਖਦੇ ਨੇ। ਪਰ ਜਦੋਂ ਵੀਕਨੈਸ ਉਹਨਾਂ ਨੇ ਮਹਿਸੂਸ ਕੀਤੀ ਉਹਨਾਂ ਨੇ ਕੰਸਰਨਡ ਆਫੀਸਰ ਨੂੰ ਇਸ ਗੱਲ ਦੀ ਇਤਲਾਹ ਦਿੱਤੀ ਕਿ ਮੇਰੀ ਬਾਡੀ ਬਹੁਤ ਵੀਕਨੈਸ 'ਚ ਆ ਗਈ ਜਾਂ ਮੇਰੇ ਕੋਲ ਚੱਲਣ ਫਿਰਨ ਦੀ ਵੀ ਜਿਹੜੀ ਮੁਸ਼ਕਿਲ ਆ, ਉਹਨਾਂ ਨੇ ਇਗਨੋਰ ਕੀਤਾ। ਸੁਪਰਡੈਂਟ ਜੇਲ੍ਹ ਨੇ ਇਗਨੋਰ ਕੀਤਾ ਇਸ ਗੱਲ ਨੂੰ। ਪਰ ਜਦੋਂ ਸਿਹਤ ਬਿਲਕੁਲ ਹੀ ਖਰਾਬ ਹੋ ਗਈ
ਜਦੋਂ ਇਹ ਉਹਨਾਂ ਨੂੰ ਵੀ ਪਤਾ ਦਿਖਣ ਲੱਗ ਗਿਆ ਕਿ ਇਹ ਜਿਹੜੀ ਬੜੀ ਵੱਡੀ ਮੁਸ਼ਕਲ 'ਚ ਪੈ ਜਾਾਂਗੇ, ਅਸੀਂ ਮਜਬੂਰ ਹੋ ਕੇ ਉਹਨਾਂ ਨੂੰ ਦੀਨ ਦਿਆਲ ਹਸਪੀਟਲ 'ਚ ਲੈ ਕੇ ਗਏ। ਦੱਸਿਆ ਨਹੀਂ ਗਿਆ ਕਿਸੇ ਨੂੰ, ਪਰਿਵਾਰ ਨੂੰ, ਜਾਂ ਤੁਹਾਨੂੰ, ਤੁਸੀਂ ਵਕੀਲ ਉਹਨਾਂ ਦੇ, ਤੁਹਾਨੂੰ ਦੱਸਣਾ ਚਾਹੀਦਾ ਸੀ, ਜਾਂ ਪਰਿਵਾਰ ਨੂੰ ਕਿਸੇ ਨੂੰ ਦੱਸਿਆ ਨਹੀਂ ਗਿਆ ਇਸ ਬਾਰੇ? ਭਾਈ ਸਾਹਿਬ, ਮੈਂ ਔਨ ਰਿਕਾਰਡ ਉਹਨਾਂ ਦਾ ਲੀਗਲ ਮੀਟਿੰਗ ਦੇ ਤੌਰ ਤੇ ਉਹਨਾਂ ਦਾ ਐਡਵੋਕੇਟ ਹੈਗਾ ਹੈ। ਮੇਰਾ ਜੇਲ੍ਹ ਦੇ ਸਿਸਟਮ 'ਚ ਮੋਬਾਈਲ ਨੰਬਰ, ਮੇਰਾ ਨਾਮ, ਮੇਰਾ ਚੈਂਬਰ ਦਾ ਐਡਰੈਸ, ਮੇਰੇ ਘਰ ਦਾ ਐਡਰੈਸ ਸਾਰਾ ਰਿਕਾਰਡ ਤੇ ਆ। ਮੇਰੇ ਤੋਂ ਇਲਾਵਾ ਸਰਦਾਰ ਅਮਰ ਸਿੰਘ ਚਾਲ ਜੀ ਦਾ ਐਡਰੈਸ ਔਨ ਰਿਕਾਰਡ ਹੈਗਾ। ਦਿੱਲੀ ਤੋਂ ਵਕੀਲ ਨੇ ਪਰਮਜੀਤ ਸਿੰਘ ਜੀ, ਉਹਨਾਂ ਦਾ ਐਡਰੈਸ ਔਨ ਰਿਕਾਰਡ ਹੈਗਾ। ਪ੍ਰਾਚਾ ਸਾਹਿਬ ਨੇ 5-6 ਵਕੀਲਾਂ ਦਾ ਪੈਨਲ ਆ ਜਿਹੜੇ ਜਥੇਦਾਰ ਸਾਹਿਬ ਦੇ ਵੱਖ-ਵੱਖ ਕੇਸ ਦੇਖਦੇ ਨੇ, ਸਾਰਿਆਂ ਦਾ ਹੈਗਾ, ਪਰ ਕਿਸੇ ਨੂੰ ਕੋਈ ਇਤਲਾਹ ਨਹੀਂ। ਇਸ ਤੋਂ ਅੱਗੇ ਹੈਰਾਨੀਜਨਕ ਗੱਲ ਉਹਨਾਂ ਦੀ ਇੱਥੇ ਤੱਕ ਨੌਬਤ ਆ ਗਈ ਜਦੋਂ ਦੀਨ ਦਿਆਲ ਹਸਪੀਟਲ 'ਚ ਲੈ ਕੇ ਗਏ ਆ, ਸਿਹਤ ਜ਼ਿਆਦਾ ਹੀ ਸੈੱਲ ਡਾਊਨ ਹੋਣ ਕਰਕੇ ਉਹਨਾਂ ਨੂੰ ICU 'ਚ ਸ਼ਿਫਟ ਕਰਨਾ ਪਿਆ। ਆਇਆ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਗਿਆ, ਜਥੇਦਾਰ ਸਾਹਿਬ ਦੇ ਮਾਤਾ ਜੀ ਨੂੰ ਨਹੀਂ ਦੱਸਿਆ ਗਿਆ, ਉਹਨਾਂ ਦੇ ਧਰਮ ਪਿਤਾ ਨੇ ਬਾਪੂ ਗੁਰਚਰਨ ਸਿੰਘ ਜੀ ਪਟਿਆਲੇ ਤੋਂ, ਉਹਨਾਂ ਨੂੰ ਵੀ ਨਹੀਂ ਇਹਨਾਂ ਨੇ ਇਤਲਾਹ ਦਿੱਤੀ ਕਿ ਵੀ ਤੁਹਾਡਾ ਜਿਹੜਾ ਬੰਦਾ ਹੈ ਉਹ ਬਿਮਾਰ ਹੋ ਗਿਆ ਹੈ, ਉਹਨੂੰ ਜਿਹੜੀ ਡੇਂਗੂ ਦੀ ਸ਼ਿਕਾਇਤ ਆਈ ਆ ਤੇ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਹੈ। ਪਰ ਜਦੋਂ ਇਸ ਗੱਲ ਦਾ ਦਿੱਲੀ ਦੇ ਰਹਿਣ ਵਾਲੇ ਜਿਹੜੀ ਲੋਕਲ ਸੰਗਤ ਆ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਆਪਣੇ ਲੈਵਲ ਤੇ ਜਾ ਕੇ ਕੋਸ਼ਿਸ਼ ਕੀਤੀ ਕਿ ਸਾਨੂੰ ਜਥੇਦਾਰ ਸਾਹਿਬ ਨੂੰ ਮਿਲਣ ਦਿੱਤਾ ਜਾਵੇ। ਹਾਲਾਂਕਿ ਦਿੱਲੀ 'ਚ ਰਹਿਣ ਵਾਲਿਆਂ 'ਚੋਂ ਇੱਕ ਦਲਜੀਤ ਸਿੰਘ ਆ ਜਿਹੜਾ ਭਾਈ ਸਾਹਿਬ ਦਾ ਮੁਲਾਕਾਤੀ ਆ, ਉਹਨੇ ਬੜੇ ਜ਼ੋਰ ਦੇ ਨਾਲ ਜਾ ਕੇ ਸੁਪਰਡੈਂਟ ਨੂੰ ਇਹ ਗੱਲ ਨੂੰ ਉਹਨੂੰ ਯਕੀਨ ਦਿਵਾਇਆ ਕਿ ਜੀ ਮੇਰੀ ਡਿਊਟੀ ਬਣਦੀ ਆ, ਮੈਂ ਉਹਨਾਂ ਦੀ ਸੇਵਾ ਕਰਨ ਦੇ ਤੌਰ ਤੇ ਉਹਨਾਂ ਕੋਲ ਜਾਣਾ ਹੈ। ਕੋਈ ਵੀ ਜਦੋਂ ਪੇਸ਼ੈਂਟ ਦੇ ਤੌਰ ਤੇ ਕੋਈ ਵੀ ਬੰਦਾ ਹਸਪਤਾਲ 'ਚ ਦਾਖਲ ਹੁੰਦਾ ਹੈ, ਉਹਨੂੰ ਪਰਿਵਾਰ ਦੀ, ਉਹਨਾਂ ਨੂੰ ਰਿਸ਼ਤੇਦਾਰ ਜੀ ਉਹਦੀ ਮਦਦ ਕਰਦਾ ਜਾਂ ਉਹਦੇ ਨਾਲ ਉੱਦਾਂ ਹੀ ਜਾ ਕੇ ਬੈਠ ਜਾਂਦਾ, ਉਹਦੇ ਰਿਕਵਰੀ ਦੇ ਚਾਂਸਿਸ ਬਹੁਤ ਡਬਲ ਹੋ ਜਾਂਦੇ ਨੇ। ਉਹਨੇ ਬੜੀ ਜ਼ੋਰ ਦੇ ਕੇ ਦਿੱਤੀ, ਪਰ ਉਹਨੂੰ ਨਾ ਤੇ ਉਹਨੂੰ ਉੱਥੇ ਮਿਲਣ ਦਾ ਮੌਕਾ ਦਿੱਤਾ ਗਿਆ ਤੇ ਨਾ ਅੰਦਰ ਕੋਈ ਉਹਨਾਂ ਦੇ ਕੋਲ ਵੀ ਨਹੀਂ ਜਾਣ ਦਿੱਤਾ ਗਿਆ। ਹਾਲਾਂਕਿ ਫਿਰ ਉਹਨੂੰ ਜਦੋਂ ਬਿਲਕੁਲ ਹੀ ਉਹਨਾਂ ਦੀ ਸਿਹਤ ਖਰਾਬ ਹੋਈ, ਫਿਰ ਉਹਨਾਂ ਨੇ ਅਗਲੇ ਦਿਨ ਫਿਰ ਟਰਾਈ ਕੀਤਾ। ਉਸੇ ਸੱਜਣ ਨੇ ਸਾਰਿਆਂ ਨੂੰ ਇਹ ਇਤਲਾਹ ਦਿੱਤੀ ਹੈ ਕਿ ਜਥੇਦਾਰ ਸਾਹਿਬ ਦੀ ਸਿਹਤ ਬਹੁਤ ਖਰਾਬ ਆ। ਲੇਕਿਨ ਐਡਵੋਕੇਟ ਸਾਹਿਬ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨਾਂ ਦੇ ਦਾਅਵੇ ਰਹਿੰਦੇ ਨੇ ਕਿ ਦਿੱਲੀ ਦੀਆਂ ਸਿਹਤ ਸੇਵਾਵਾਂ ਬਹੁਤ ਦਰੁਸਤ ਨੇ, ਪੂਰੇ ਦੇਸ਼ ਤੋਂ ਸਭ ਤੋਂ ਵਧੀਆ ਨੇ, ਤੇ ਅਸੀਂ ਸਿਸਟਮ ਬਹੁਤ ਵਧੀਆ ਬਣਾਇਆ ਹੈ ਹੈਲਥ ਦਾ, ਤੇ ਠੀਕ ਹੋਈ ਉੱਥੇ ਜਾ ਕੇ ਜਥੇਦਾਰ ਸਾਹਿਬ? ਭਾਈ ਸਾਹਿਬ, ਜਿੱਦਾਂ ਦੀਆਂ ਸਾਡੇ ਕੋਲ ਰਿਪੋਰਟਾਂ ਨੇ, ਇੱਥੇ ਤੱਕ ਦਲਜੀਤ ਸਿੰਘ ਦੇ ਰਾਹੀਂ, ਜਥੇਦਾਰ ਰਾਹੀਂ ਸਾਨੂੰ ਇਹ ਗੱਲਾਂ ਪਤਾ ਲੱਗੀਆਂ ਨੇ ਕਿ ਜਦੋਂ ਉਹਨਾਂ ਨੂੰ ਵਾਰਡ ਤੋਂ ICU 'ਚ ਭਰਤੀ ਕੀਤਾ, ਕਮਰਾ ਬਹੁਤ ਛੋਟਾ ਸੀ, ਉੱਥੇ ਕੋਈ ਪ੍ਰੋਪਰ ਜਿਹੜਾ ਕਲੀਨ ਕਮਰਾ ਨਹੀਂ ਸੀ। ਜਦੋਂ ਜਥੇਦਾਰ ਸਾਹਿਬ ਨੇ RO ਦਾ ਵਾਟਰ ਮੰਗਿਆ ਉਹਨਾਂ ਕੋਲ ਕਿ ਮੈਨੂੰ ਸਾਫ਼ ਪਾਣੀ ਦਿਓ, ਉਹ ਕਹਿੰਦੇ ਜੀ ਸਾਫ਼ ਪਾਣੀ ਨਹੀਂ ਹੈਗਾ। ਹਸਪਤਾਲ ਵਾਲਿਆਂ ਨੇ ਕਿਹਾ? ਹਾਂ, ਹਸਪਤਾਲ ਵਾਲਿਆਂ ਨੇ ਉਹਨਾਂ ਨੂੰ ਬ੍ਰਿਸਲਰੀ ਪਾਣੀ ਦੇਣ ਤੋਂ ਮਨਾ ਕੀਤਾ, RO ਵਾਲਾ ਪਾਣੀ ਦੇਣ ਤੋਂ ਮਨਾ ਕੀਤਾ। ਉਸ ਤੋਂ ਬਾਅਦ ਆਇਆ ਇੱਕ ਬੜੀ ਨਾਰਮਲ ਜਿਹੀ ਗੱਲ ਆ, ਅਸੀਂ ਵੀ ਪਰਿਵਾਰਾਂ 'ਚ ਰਹਿੰਦੇ ਆ, ਸਾਨੂੰ ਵੀ ਪਤਾ ਜੇ ਕੋਈ ਡੇਂਗੂ ਹੋ ਜਾਂਦਾ, ਆਮ ਤੌਰ 'ਤੇ ਹੀ ਕੀਵੀ ਦਾ ਫਲ ਖਾਣਾ, ਨਾਰੀਅਲ ਦਾ ਪਾਣੀ ਪੀਣਾ ਜਾਂ ਡਰਾਈ ਫਰੂਟ ਖਾਣੇ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਜਿਹਦੇ ਨਾਲ ਸੈੱਲ ਅਪ ਹੋ ਜਾਂਦੇ ਨੇ, ਉਹ ਇੱਕ ਵਾਰ ਵੀ ਨਹੀਂ ਉਹਨਾਂ ਨੂੰ ਦਿੱਤੀ ਗਈ। ਹਾਲਾਂਕਿ ਕਿੰਨੇ ਦਾ ਕੋਈ ਕੀਵੀ ਦਾ ਫਲ ਆ, ਕੋਈ 40-50 ਰੁਪਏ ਦਾ, ਤੇ ਉਹ ਇੱਕ ਕੀਵੀ ਆ ਜਾਂਦਾ। ਕੋਕੋਨਟ ਵਾਟਰ ਕਿੰਨਾ ਮਹਿੰਗਾ, ਜਥੇਦਾਰ ਤੋਂ ਵੀ ਕੋਈ ਚੀਜ਼ਾਂ ਮਹਿੰਗੀਆਂ ਨੇ। ਨਾਲੇ ਜਿੱਥੋਂ ਜਿਹੜਾ ਮੁਲਕ ਆਪਣੇ ਆਪ ਨੂੰ ਰੂਲ ਆਫ ਸੁਸਾਇਟੀ ਦੀ ਗੱਲ ਕਰਦਾ ਹੋਵੇ, ਇਕੁਐਲਿਟੀ ਦੀ ਗੱਲ ਕਰਦਾ ਹੋਵੇ, ਉੱਥੇ 10 ਲੱਖ ਦੇ ਚੁਣੇ ਹੋਏ ਸਰਬੱਤ ਖਾਲਸੇ 'ਚੋਂ ਜਥੇਦਾਰ ਦੇ ਨਾਲ ਇੱਦਾਂ ਦਾ ਵਿਤਕਰਾ, ਔਰ ਉਹ ਸਰਕਾਰ ਕਰੇ ਜਿਹੜੀ ਪੰਜਾਬ 'ਚ ਆ ਕੇ ਦਾਅਵੇ ਕਰਦੀ ਹੈ ਕਿ ਅਸੀਂ ਤੇ ਇੱਦਾਂ ਦਾ ਸਟੈਂਡਰਡ ਕ੍ਰੀਏਟ ਕੀਤਾ ਹੈ ਮੈਡੀਕਲ ਦਾ ਜਿਹਦਾ ਕੋਈ ਹੋਰ ਮਿਸਾਲ ਹੀ ਨਹੀਂ ਹੈਗੀ। ਤੁਸੀਂ ਕਹਿ ਰਹੇ ਹੋ ਸਾਫ਼ ਸਫਾਈ ਵੀ ਨਹੀਂ ਸੀਗੀ ਉੱਥੇ? ਨਹੀਂ ਹੈਗੀ ਸੀ ਜੀ। ਇੱਥੇ ਤੱਕ ਗੱਲਾਂ ਆਈਆਂ ਨੇ ਕਿ ਜਥੇਦਾਰ ਸਾਹਿਬ ਜਿਹੜੇ ICU ਵਾਰਡ 'ਚ ਸੀ, ਉਹਦੇ ਨਾਲ ਜਿਹੜਾ ਬਾਥਰੂਮ ਸੀ, ਉਹ ਕਹਿੰਦੇ ਜੀ ਉੱਥੇ ਜਾਣਾ ਐਡਾ ਕੁ ਦੁਰਭਰ ਸੀ ਕਿ ਨਹੀਂ ਜਾ ਸਕਦੇ ਸੀ। ਜਦੋਂ ਮੈਂ ਉਹਨਾਂ ਨੂੰ ਸ਼ਿਕਾਇਤ ਕੀਤੀ ਕਿ ਨਹੀਂ ਉੱਥੇ ਜਾਇਆ ਜਾਂਦਾ, ਉਹ ਕਹਿੰਦੇ ਜੀ ਇੱਥੇ ਕਰ ਲਾ ਤੂੰ। ਇਹ ਗੱਲ ਜਥੇਦਾਰ ਉਹਨਾਂ ਨੂੰ ਕਹੀ ਹੈ ਵੀ ਬਾਥਰੂਮ ਉੱਥੇ ਹੀ ਕਰ ਲਓ? ਇਹ ਗੱਲਾਂ ਜੇਲ੍ਹ ਦੀਆਂ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੇ ਕਹੀਆਂ ਕਿ ਨਹੀਂ ਸਾਫ਼ ਹੈਗਾ ਤੇ ਤੂੰ ਇੱਥੇ ਹੀ ਕਰ ਲਾ। ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਜਾਂ ਹਸਪਤਾਲ ਵਾਲਿਆਂ ਨੂੰ ਸ਼ਰਮ ਨਹੀਂ ਆਈ ਕਹਿੰਦੇ? ਭਾਈ ਸਾਹਿਬ, ਇਹ ਤੇ ਹੁਣ ਉਹਨਾਂ ਦੀ ਸ਼ਰਮ ਦੀ ਗੱਲ ਤੇ ਕੀ, ਸ਼ਰਮ ਨਾਲ ਤੇ ਮਰ ਜਾਣਾ ਚਾਹੀਦਾ ਕਿ ਇੱਕ ਧਾਰਮਿਕ ਆਦਮੀ ਆ ਜਿਹਦਾ ਸਟੇਚਰ ਬਹੁਤ ਵੱਡਾ ਹੈ, ਤੁਸੀਂ ਉਹਦੀ
ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲ ਰਿਹਾ ਤੇ ਤੁਸੀਂ ਉਹਦੇ ਨਾਲ ਬੇਰੁਖੀ ਕਰ ਰਹੇ ਹੋ। ਇਹ ਤਾਂ ਚਲੋ ਫਿਰ ਵੀ ਜਥੇਦਾਰ ਸਾਹਿਬ ਨੇ ਨਾਰਮਲ ਪੇਸ਼ੈਂਟ ਵੀ ਹੋਵੇ ਤਾਂ ਧਰਮ ਕਹਿੰਦਾ ਹੈ ਜੀ ਡਾਕਟਰਾਂ ਦਾ ਜਾਂ ਜੋ ਜੇਲ੍ਹ ਪ੍ਰਸ਼ਾਸਨ ਹੈ ਵੀ ਅਸੀਂ ਮਰੀਜ਼ਾਂ ਦੀ ਐਟਲੀਸਟ ਜੇ ਕੋਈ ਕੈਦੀ ਮਰੀਜ਼ ਵੀ ਬਣ ਗਿਆ ਉਹਦੀ ਦੇਖਭਾਲ ਤਾਂ ਕਰੀਏ। ਭਾਈ ਸਾਹਿਬ ਇਸੇ ਕਰਕੇ ਜਦੋਂ ਉਹਨਾਂ ਨੇ ਇੱਥੇ ਤੱਕ ਸਾਨੂੰ ਸ਼ਰਮ ਆਉਂਦੀ ਇਹ ਗੱਲ ਕਹਿਣ ਲੱਗਿਆ ਕਿ ਸਾਡੇ ਜਥੇਦਾਰ ਸਾਹਿਬ ਨੂੰ ਉਸੇ ਕਮਰੇ 'ਚ ਕਿਰਿਆ ਕਰਨੀ ਪਈ ਜਿੱਥੇ ਉਹਨਾਂ ਨੂੰ ਰੱਖਿਆ ਗਿਆ। ਕਿਰਿਆ ਸਾਫ਼ ਕਰਨ ਤੱਕ ਕੋਈ ਨਹੀਂ ਆਇਆ, ਸਮੈਲ ਆਈ ਉੱਥੇ, ਬਦਬੂ ਆਈ, ਇਹਨੇ ਭੈੜੇ ਮਾਹੌਲ 'ਚ ਉਹਨਾਂ ਨੂੰ ਰਹਿਣਾ ਪੈ ਗਿਆ। ਉਸ ਤੋਂ ਬਾਅਦ ਇਹ ਸਿਹਤ ਸੇਵਾਵਾਂ ਨੇ ਦਿੱਲੀ ਸਰਕਾਰ ਦੀਆਂ। ਉਸ ਤੋਂ ਬਾਅਦ ਇੱਕ ਬੜੀ ਹੋਰ ਜਿਹੜੀ ਸਾਨੂੰ ਅਚੰਭੇ ਵਾਲੀ ਗੱਲ ਆ, ਛੋਟਾ ਜਿਹਾ ਜਿਹੜਾ ਉਹ ਕਮਰਾ ਸੀ ਜਿੱਥੇ ਉਹਨਾਂ ਨੂੰ ਰੱਖਿਆ ਸੀ, ਉਹਨਾਂ ਨੂੰ ਬੈੱਡ ਤੋਂ ਉੱਠਣ ਦੀ ਇਜਾਜ਼ਤ ਨਹੀਂ ਸੀ। ਉਹ ਬੇਨਤੀ ਕਰਦੇ ਰਹੇ ਕਿ ਮੇਰਾ ਲੱਕ ਇੰਨੇ ਦਿਨਾਂ ਤੋਂ 5-6 ਦਿਨਾਂ ਤੋਂ ਬੈਠੇ ਮੈਂ ਗੜਬੜ 'ਚ ਹਾਂ, ਮੈਨੂੰ ਤੁਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਪਰ ਇਸ ਕਰਕੇ ਇਹ ਜਿਹੜੀ ਆਈ ਨਹੀਂ ਗੱਲ ਉਹਨਾਂ ਦੇ ਦਿਮਾਗ 'ਚ ਕਿ ਇੱਦਾਂ ਦੀ ਵੀ ਕੋਈ ਕੁਰੈਲਿਟੀ ਕੋਈ ਰਿਸਟ੍ਰੇਨਮੈਂਟ ਕਰ ਸਕਦਾ ਕਿਸੇ ਨੂੰ। ਨਹੀਂ ਉੱਠਣ ਨਹੀਂ ਦਿੱਤਾ, ਫਿਰ ਜਿਹੜੀਆਂ ਬੈੱਡ ਸ਼ੀਟਸ ਹੁੰਦੀਆਂ ਨੇ ਉਹ ਵੀ ਤਾਂ ਚੇਂਜ ਰੈਗੂਲਰ ਕਰਨੀਆਂ ਪੈਂਦੀਆਂ। ਭਾਈ ਸਾਹਿਬ ਇਹ ਇੱਥੇ ਤੱਕ ਨੌਬਤ ਆ ਕਿ ਉਹ 5 ਦਿਨ ਉੱਥੇ ਰਹੇ ਨੇ, 5 ਦਿਨਾਂ 'ਚ ਉਹਨਾਂ ਦੀ ਇੱਕ ਵਾਰੀ ਵੀ ਜਿਹੜੀ ਆ ਵਰਦੀ ਨਹੀਂ ਬਦਲੀ ਗਈ। ਉਸ ਜਿਹੜੇ ਕੱਪੜਿਆਂ 'ਚ ਗਏ ਸੀ ਉਹਨਾਂ ਕੱਪੜਿਆਂ 'ਚ ਉਹ ਦਿੱਲੀ ਵਾਪਸ ਜਿਹੜੀ ਤਿਹਾੜ ਜੇਲ੍ਹ 'ਚ ਗਏ। ਇੱਦਾਂ ਦਾ ਖਾਸ ਵਤੀਰਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਹੀ ਹੋਇਆ ਕਿ ਬਾਕੀ ਮਰੀਜ਼ਾਂ ਨਾਲ ਵੀ ਇੱਦਾਂ ਹੀ ਕਰ ਰਹੇ ਸੀ? ਭਾਈ ਸਾਹਿਬ ਸਾਨੂੰ ਤੇ ਜਿਸ ਹਿਸਾਬ ਦੀ ਜਿਹੜੀ ਸਾਡੇ ਕੋਲ ਨੌਲੇਜ ਹੈ ਤੇ ਜਥੇਦਾਰ ਸਾਹਿਬ ਨਾਲ, ਜੇ ਜਥੇਦਾਰ ਸਾਹਿਬ ਨਾਲ ਇੱਦਾਂ ਦੇ ਵਤੀਰਾ ਸ਼ਾਇਦ ਬਾਕੀਆਂ ਦੇ ਨਾਲ ਵੀ ਇੱਦਾਂ ਦਾ ਹੀ ਹੁੰਦਾ ਹੋਵੇਗਾ, ਇਸ ਤੋਂ ਮਾੜਾ ਵੀ ਹੋ ਸਕਦਾ। ਸੋ ਅਸੀਂ ਇਸ ਜਿਹੜਾ ਪ੍ਰਸ਼ਾਸਨ ਦਾ ਇਹ ਰਵੱਈਆ ਸੀ, ਲੋਕਲ ਸੰਗਤ ਨੇ ਇਸ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਕਿ ਜਿਹੜੇ ਉੱਥੋਂ ਦਿੱਲੀ ਸਰਕਾਰ ਦੇ ਕੋਈ ਅਹੁਦੇਦਾਰ ਸਾਹਿਬਾਨ ਨੇ, ਕੋਈ MLA ਨੇ, ਕੋਈ ਮੰਤਰੀ ਸਾਹਿਬਾਨ ਨੇ, ਉਹਨਾਂ ਦੀ ਨੌਲੇਜ 'ਚ ਲਿਆਂਦਾ ਜਾਵੇ। ਪ੍ਰਭਾਰੀ ਲਾਏ ਹੋਏ ਨੇ ਸਿੱਖ ਚਿਹਰਾ ਨੇ, ਜਰਨੈਲ ਸਿੰਘ ਜੀ ਪੰਜਾਬ ਦੇ ਪ੍ਰਭਾਰੀ ਨੇ, ਚੰਡੀਗੜ੍ਹ ਦੇ ਵੀ ਪ੍ਰਭਾਰੀ ਨੇ, ਤਾਂ ਕੋਸ਼ਿਸ਼ ਨਹੀਂ ਕੀਤੀ ਵੀ ਉਹ ਸਿੱਖ ਚਿਹਰਾ ਹੈ, ਰਿਪਰੈਜ਼ੈਂਟ ਕਰਦੇ ਨੇ ਸਿੱਖ ਵੋਟਰਸ ਨੂੰ ਦਿੱਲੀ ਦੇ ਵਿੱਚ, ਉਹਨਾਂ ਨਾਲ ਸੰਪਰਕ ਕੀਤਾ ਜਾਵੇ। ਭਾਈ ਸਾਹਿਬ ਜਿਹੜੇ ਭਾਈ ਸਾਹਿਬ ਦੇ ਮੁਲਾਕਾਤੀ ਨੇ ਭਾਈ ਦਲਜੀਤ ਸਿੰਘ ਜੀ, ਉਹਨਾਂ ਨੇ ਜਰਨੈਲ ਸਿੰਘ ਜਿਹੜਾ ਇੱਥੇ ਪ੍ਰਭਾਰੀ ਆ ਆਮ ਆਦਮੀ ਪਾਰਟੀ ਦਾ ਪੰਜਾਬ ਦਾ, ਔਰ ਤਿਲਕ ਨਗਰ ਤੋਂ MLA ਆ ਜਿੱਥੇ ਇਹ ਤਿਹਾੜ ਜੇਲ੍ਹ ਆ, ਉਹ ਤਿਲਕ ਨਗਰ 'ਚ ਆਉਂਦੀ ਆ ਕੌਂਸਟੀਚੁਐਂਸੀ 'ਚ, ਉਹਨਾਂ ਨੂੰ 20 ਫੋਨ ਕੀਤੇ ਨੇ, ਕਿਸੇ ਫੋਨ ਦਾ ਰਿਸਪੌਂਸ ਨਹੀਂ, ਕਿਸੇ ਮੈਸੇਜ ਦਾ ਰਿਸਪੌਂਸ ਨਹੀਂ। ਨਾਰਮਲ ਕਾਲ ਕੀਤੀ ਆ, WhatsApp 'ਤੇ ਕਾਲ ਕੀਤੀ ਆ। ਜਦੋਂ ਇਹ ਗੱਲਾਂ ਸਾਨੂੰ ਪਤਾ ਲੱਗੀਆਂ ਜਥੇਦਾਰ ਸਾਹਿਬ ਦੇ ਬਾਰੇ, ਮੈਂ ਖੁਦ ਕਿਹਾ, ਮੈਂ ਕਿਹਾ ਮੈਨੂੰ ਜਰਨੈਲ ਸਿੰਘ ਦਾ ਨੰਬਰ ਦਿਓ, ਇੱਥੇ ਪੰਜਾਬ 'ਚ ਤੁਰੇ ਫਿਰਦੇ ਨੇ, ਮੈਂ ਇਹਨਾਂ ਨੂੰ ਮਿਲ ਲੈਣਾ, ਮੈਂ ਫੋਨ ਕਰਦਾ। ਤੇ ਮਿਲੇ ਫਿਰ ਤੁਹਾਨੂੰ? ਭਾਈ ਸਾਹਿਬ ਮੈਂ ਘੱਟੋ ਘੱਟ 2 ਜਾਂ 3 ਵਾਰ ਫੋਨ ਕੀਤਾ, ਉਹ ਫੋਨ ਚੱਕਦੇ ਹੀ ਨਹੀਂ ਆ ਜੀ। ਕੇਜਰੀਵਾਲ ਸਾਹਿਬ ਤਾਂ ਸਟੇਜਾਂ ਤੋਂ ਕਹਿੰਦੇ ਨੇ ਕਿ ਮੈਨੂੰ ਤਾਂ ਆਮ ਲੋਕ ਦਿੱਲੀ ਵਾਲੇ ਫੋਨ ਕਰੀ ਜਾਂਦੇ ਨੇ, ਮੇਰਾ ਇਹ ਫੋਨ ਹੈਗਾ, ਮੈਨੂੰ ਫੋਨ ਆਉਂਦੇ ਨੇ, ਮੈਂ ਗੱਲ ਕਰਦਾ। ਉਹ ਤਾਂ ਮੁੱਖ ਮੰਤਰੀ ਨੇ, ਜਰਨੈਲ ਸਿੰਘ ਤਾਂ ਫਿਰ ਵੀ MLA ਨੇ। ਇਹੋ ਤੇ ਹੈਰਾਨਗੀ ਦੀ ਗੱਲ ਹੈ ਕਿ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਹੁਣ ਮੈਂ ਤੇ ਆਪ ਜਿੰਦਾ ਜਾਂਦਾ ਐਗਜ਼ਾਮਪਲ ਆ, ਜੇ ਤੇ ਕੋਈ ਕਵੇ ਕਿ ਮੈਂ ਜਰਨੈਲ ਨੂੰ ਫੋਨ ਕੀਤਾ ਤੇ ਮੇਰਾ ਫੋਨ ਨਹੀਂ ਚੱਕਦਾ, ਸ਼ਾਇਦ ਮੈਨੂੰ ਵਿਸ਼ਵਾਸ ਨਾ ਆਵੇ, ਤੁਹਾਨੂੰ ਵੀ ਨਾ ਆਵੇ। ਹੁਣ ਮੈਂ ਤੁਹਾਨੂੰ ਇਹ ਇੱਥੇ ਤੱਕ ਕਹਿ ਦੇਣਾ, ਮੈਂ ਹੁਣੇ ਲਾ ਲੈਣਾ, ਹੁਣੇ ਫੋਨ ਲਾ ਲੈਣੇ ਆ ਜਰਨੈਲ, ਲਾ ਕੇ ਦੇਖਦੇ ਆ, ਚਲੋ ਲਾਓ ਕਿ ਜੇ ਚੁੱਕ ਲੈਂਦੇ ਆ, ਲਾ ਕੇ ਦੇਖਦੇ ਆ, ਦੇਖੋ ਚੱਕਦੇ ਕਿ ਨਹੀਂ। ਨਾਲੇ ਦੂਜੀ ਇੱਕ ਗੱਲ ਹੋਰ, ਤੁਸੀਂ ਫੋਨ ਮਿਲਾਓ, ਇੱਕ ਗੱਲ ਹੋਰ, ਪੰਜਾਬ ਦੇ ਵਿੱਚ ਆ ਕੇ ਅੱਜ ਕੱਲ੍ਹ ਐਡਵਰਟੀਜ਼ਮੈਂਟ ਵੀ ਕੇਜਰੀਵਾਲ ਸਾਹਿਬ ਕਰ ਰਹੇ ਨੇ ਪੰਜਾਬੀ ਦੇ ਵਿੱਚ, ਵੀ ਅਸੀਂ ਪੰਜਾਬੀਆਂ ਨੂੰ ਜਾਂ ਸਿੱਖ ਵੋਟਰਸ ਨੇ ਜਿਹੜੇ ਉਹਨਾਂ ਨੂੰ ਲੁਭਾ ਸਕੀਏ। ਤੇ ਜਥੇਦਾਰ ਸਾਹਿਬ ਦਾ ਇਹ ਹਾਲ ਕਰਨਗੇ ਜਾਂ ਇਹ ਵਤੀਰਾ ਉਹਨਾਂ ਦੇ ਨਾਲ ਹੋਏਗਾ, ਤੁਹਾਨੂੰ ਲੱਗਦਾ ਹੈ ਕਿ ਵੋਟਾਂ ਜਿਹੜੀਆਂ ਨੇ ਉਹ ਜਥੇਦਾਰ ਸਾਹਿਬ ਨੂੰ ਮੰਨਣ ਵਾਲੇ ਉਹ ਇਹਨਾਂ ਨੂੰ ਪਾਉਣਗੇ? ਭਾਈ ਸਾਹਿਬ ਵੇਖੋ, ਜਿਹੜੀ ਰਾਜਨੀਤਿਕ ਤੌਰ 'ਤੇ ਆ, ਅਸੀਂ ਇਹ ਕਿਸੇ ਦੀ ਰਾਜਨੀਤਿਕ ਪਾਰਟੀ ਦਾ ਕਿਸੇ ਦਾ ਇਹ ਨਹੀਂ ਕਹਿੰਦੇ ਕਿ ਉਹ ਚੰਗੀ ਆ ਮਾੜੀ ਆ, ਪਰ ਮੈਨੂੰ ਇਸ ਗੱਲ ਦੀ ਬੜਾ ਦੁੱਖ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਬੜੀ ਉਮੀਦ ਸੀ ਕਿ ਆਮ ਆਦਮੀ ਪਾਰਟੀ ਨੇ ਬੜਾ ਵੱਡਾ ਬਦਲ ਲਿਆਉਣਾ, ਬੜੀ ਵੱਡੀ ਚੇਂਜ ਕਰਨੀ ਆਇਆ ਆਹ ਗੱਲ ਤੋਂ ਬਾਅਦ ਸਾਨੂੰ ਜਿੰਨਾ ਦੁੱਖ ਲੱਗਾ ਸ਼ਾਇਦ ਕਦੀ ਵੀ ਨਾ ਲੱਗਾ ਹੋਵੇ। ਇਹਨਾਂ ਦੇ ਕਹਿਣਾ ਤੇ ਨਹੀਂ ਚਾਹੀਦਾ ਕਿ ਇਹ ਸਾਨੂੰ ਇੱਥੇ ਤੱਕ ਹੋਇਆ ਕਿ ਇਹ ਟੋਂਗ ਕਰ ਰਹੇ ਨੇ। ਜੇ ਸਾਡੇ ਜਥੇਦਾਰ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਨਾਲ ਇੱਦਾਂ ਦੀ ਵਿਤਕਰਾ ਹੋ ਰਿਹਾ ਤੇ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਕੋਈ ਸੱਚਾਈ ਦੇ ਜਿਹੜੇ ਕਹਿੰਦੇ ਆ ਨਾ ਕਿ ਝੂਠ ਦੇ ਪੈਰ ਨਹੀਂ ਹੁੰਦੇ, ਤੇ ਸੱਚਾਈ ਉੱਥੇ ਹੀ ਖੜੀ ਹੁੰਦੀ ਹੈ ਜੇ ਇੱਥੇ ਕੋਈ ਉਹਨਾਂ ਦੇ ਪੈਰ ਲੱਗਦੇ ਹੋਣ। ਆਹ ਤੇ ਹੁਣ ਇਹਨਾਂ ਦੀ ਅਸਲੀਅਤ ਸਾਹਮਣੇ ਆ ਗਈ ਆ ਕਿ ਇੱਦਾਂ ਦਾ ਵਤੀਰਾ ਕਰਨਾ। ਅਸੀਂ ਜਦੋਂ ਇਹ ਗੱਲ ਆਈ ਕਿ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ, ਜਰਨੈਲ ਸਿੰਘ ਨੂੰ ਤੇ ਸਤਿੰਦਰ ਜੈਨ ਜਿਹੜੇ ਹੈਲਥ ਦੇ ਮਿਨਿਸਟਰ ਨੇ, ਉਹਨਾਂ ਤੱਕ ਵੀ ਗੱਲ ਪਹੁੰਚਾਈ ਆ, ਉਹ ਆਪਣੇ ਹੱਥ ਖੜੇ ਕਰ ਗਏ ਨੇ ਜੀ ਅਸੀਂ ਨਹੀਂ ਕੁਛ ਕਰ ਸਕਦੇ।
ਇਦਾਂ ਦੀ ਕੋਈ ਰਾਜਨੀਤੀ ਕਰਦੇ ਆ। ਰਾਜਨੀਤੀ ਜਿਹੜੀ ਆ ਉਹ ਤੇ ਕਿਸੇ ਚੰਗੇ ਕੰਮ ਲਈ ਹੁੰਦੀ ਆ। ਆਇਆ ਮੈਂ ਤੇ ਇੱਕ ਗੱਲ ਕਹਿਣਾ, ਆਏ ਬਗਾਏ ਚਲੋ ਤੇ ਗੁਰੂ ਸਾਹਿਬ ਦੀ ਕਿਰਪਾ ਵਾ। ਆਏ ਬਗਾਏ ਜੇ ਜਥੇਦਾਰ ਸਾਹਿਬ ਦਾ ਕੋਈ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ? ਜੇਲ੍ਹਾਂ ਇਹਨਾਂ ਦੇ ਕੰਟਰੋਲ 'ਚ ਨੇ, ਦਿੱਲੀ ਸਰਕਾਰ ਦੇ ਕੰਟਰੋਲ 'ਚ ਜੇਲ੍ਹਾਂ ਨੇ, ਹੈਲਥ ਇਹਨਾਂ ਦੇ ਕੰਟਰੋਲ 'ਚ ਆ। ਤੇ ਜੇ ਫਿਰ ਵੀ ਇਦਾਂ ਦਾ ਰਵੱਈਆ ਤੇ ਅਸੀਂ ਕੇਂਦਰ ਨੂੰ ਕਹੀਏ ਕਿ ਕੇਂਦਰ ਤੇ ਇਹ ਸੁੱਟਣ ਕਿ ਕੇਂਦਰ ਦਾ ਮਾੜਾ, ਕੇਂਦਰ ਤੇ ਜਿੱਦਾਂ ਦੀ ਹੈਗੀ ਆ ਤੁਸੀਂ ਆਪਣਾ ਰੋਲ ਕਿਉਂ ਨਹੀਂ ਨਿਭਾਉਂਦੇ? ਜਦੋਂ ਅਸੀਂ ਇਹ ਗੱਲਾਂ ਪਬਲਿਕਲੀ ਹੁਣ ਮਜਬੂਰ ਹੋ ਕੇ ਕਰਨੀਆਂ ਪੈ ਗਈਆਂ, ਜਿਹੜੇ ਉਹਨਾਂ ਦੇ ਨਾਲ ਪਿਆਰ ਰੱਖਦੇ ਨੇ, ਜਿਹੜੇ ਉਹਨਾਂ ਨੂੰ ਜਥੇਦਾਰ ਮੰਨਦੇ ਨੇ, ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਾ। ਵਿਦੇਸ਼ਾਂ 'ਚੋਂ ਫੋਨ ਆ ਰਹੇ ਨੇ, ਜਥੇਦਾਰ ਸਾਹਿਬ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੋ ਰਹੀਆਂ ਨੇ। ਕੱਲ੍ਹ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਜ਼ਾਰਾਂ ਦੀ ਸੰਗਤ ਨੇ ਪਹੁੰਚ ਕੇ ਉੱਥੇ ਅਰਦਾਸ ਕੀਤੀ ਆ। ਜਜ਼ਬਾਤੀ ਹੋ ਕੇ ਲੋਕਾਂ ਨੇ ਬੜਾ ਜਜ਼ਬਾਤ ਆਪਣੇ ਉੱਥੇ ਮੁਤਲਕ ਕੀਤੇ ਨੇ ਲੋਕਾਂ ਦੇ ਆਪਸ ਦੇ ਵਿੱਚ ਵੀ ਇਹ ਰਵੱਈਆ ਕਿਉਂ ਸਾਡੇ ਨਾਲ ਕਿਉਂ ਮਾੜਾ ਕੀਤਾ ਜਾ ਰਿਹਾ ਹੈ, ਕੀ ਜਥੇਦਾਰ ਨੇ ਕੀ ਮਾੜਾ ਕੀਤਾ? ਮੇਰੇ ਖਿਆਲ 'ਚ ਉੱਥੋਂ ਹੀ ਚੇਤਾਵਨੀ ਵੀ ਅਰਦਾਸ ਕਰਨ ਤੋਂ ਬਾਅਦ ਚੇਤਾਵਨੀ ਵੀ ਦਿੱਤੀ ਗਈ ਹੈ। ਬਿਲਕੁਲ ਜੀ, ਹਵਾਰਾ ਕਮੇਟੀ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਆ ਕਿ ਜੇ ਉਹਨਾਂ ਦੀ ਕੋਈ ਸਿਹਤਯਾਬੀ 'ਚ ਕੋਈ ਨੁਕਸਾਨ ਹੁੰਦਾ ਹੈ ਤੇ ਉਹਦੀ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੇ ਕੇਜਰੀਵਾਲ ਸਰਕਾਰ ਉਹਦੀ ਜ਼ਿੰਮੇਵਾਰ ਹੋਏਗੀ, ਔਰ ਮੋਰਲੀ ਲੀਗਲੀ ਦੋਨੋਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਹੋਣਾ ਵੀ ਚਾਹੀਦਾ ਇਹਨਾਂ ਨੂੰ। ਹੁਣ ਜਿਹੜੀ ਗੱਲ ਅਸੀਂ ਦੁਬਾਰਾ ਦੁਹਰਾ ਰਹੇ ਹਾਂ, ਜਿਹੜੀ ਕਾਨੂੰਨੀ ਨੁਕਤਾ ਹੈ ਜੀ, ਇਹ ਸ਼ਾਇਦ ਕੇਜਰੀਵਾਲ ਸਾਹਿਬ ਦੇ ਨੌਲੇਜ ਦੇ ਵਿੱਚ ਇੱਕ ਵਾਰਾਂ ਨਹੀਂ, ਦੋ ਵਾਰਾਂ ਨਹੀਂ, ਕਈ ਵਾਰਾਂ ਲਿਆ ਦਿੱਤੀ ਗਈ ਆ ਕਿ ਇੱਕ ਕਾਨੂੰਨ ਦੀ ਪ੍ਰਸਕ੍ਰਿਪਸ਼ਨ ਹੈਗੀ ਆ। ਜਿੱਥੇ ਕ੍ਰਿਮੀਨਲ ਕੇਸ ਚੱਲਦਾ ਹੈ ਜੀ, ਜਾਂ ਜਿੱਥੇ ਜਿਹਨੂੰ ਆਪਾਂ ਟਰਾਇਲ ਕਹਿੰਦੇ ਆ ਅਦਾਲਤ ਦਾ, ਜਿੱਥੇ ਪੈਂਡਿੰਗ ਹੁੰਦਾ ਜਾਂ ਤੇ ਅਕਿਊਜ਼ ਨੂੰ ਉੱਥੇ ਰੱਖਿਆ ਜਾਂਦਾ ਜਾਂ ਉਹਦਾ ਜਿਹੜਾ ਹੋਮ ਟਾਊਨ ਹੁੰਦਾ ਉਸ ਜੇਲ੍ਹ 'ਚ ਰੱਖਿਆ ਜਾਂਦਾ। ਹੁਣ ਦਿੱਲੀ ਰੱਖਣ ਦਾ ਕੀ ਤੁੱਕ ਹੈ ਜੀ? ਦਿੱਲੀ ਦਾ ਜਿਹੜਾ ਕੇਸ ਸੀ ਉਹਦੇ 'ਚੋਂ ਬਰੀ ਹੋ ਗਏ ਨਾ। ਕੇਸ ਉਹਨਾਂ ਦੇ ਪੈਂਡਿੰਗ ਚੰਡੀਗੜ੍ਹ 'ਚ ਨੇ, 2 ਤੇ ਇੱਕ ਸੋਹਾਣੇ 'ਚ, ਮੋਹਾਲੀ 'ਚ। ਇੰਨੀ ਵਾਰੀ ਉਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ ਅਸੀਂ ਕਿ ਇਹਨਾਂ ਨੂੰ ਇੱਥੋਂ ਤਿਹਾੜ ਜੇਲ੍ਹ 'ਚੋਂ ਸ਼ਿਫਟ ਕਰਕੇ ਪੰਜਾਬ ਲਿਆਇਆ ਜਾਵੇ। ਉਹਨਾਂ ਦੀ ਤਿਹਾੜ ਜੇਲ੍ਹ 'ਚੋਂ ਲਿਆਉਣ ਦਾ ਰੀਜ਼ਨ ਨੇ, ਬੇਬੁਨਿਆਦ ਗੱਲ ਨਹੀਂ ਕਰਦੇ। ਜਥੇਦਾਰ ਸਾਹਿਬ ਦਾ ਪਰਿਵਾਰ ਫਤਿਹਗੜ੍ਹ ਸਾਹਿਬ ਰਹਿੰਦਾ, ਉਹਨਾਂ ਦੇ ਮਾਤਾ ਬਿਰਧ ਨੇ, ਹੋਰ ਉਹਨਾਂ ਦੇ ਪਰਿਵਾਰ 'ਚੋਂ ਕੋਈ ਉਹਨਾਂ ਦੀ ਦਿੱਲੀ ਜਾ ਕੇ ਮੁਲਾਕਾਤ ਕਰਨ ਲਈ ਕੋਈ ਐਡੀ ਨਹੀਂ ਉਹਨਾਂ ਕੋਲ ਸਿਸਟਮ ਹੈਗੀ। ਉਹਨਾਂ ਦੇ ਧਰਮ ਪਿਤਾ ਬਜ਼ੁਰਗ ਨੇ, ਉਹ ਪਟਿਆਲੇ ਰਹਿੰਦੇ ਨੇ। ਪੰਜਾਬ 'ਚ ਕਿਤੇ ਵੀ ਸ਼ਿਫਟ ਕਰ ਦੇਣ, ਉਹ ਘੰਟੇ ਜਾਂ 2 ਘੰਟੇ ਦੇ ਵਿੱਚ ਜਾ ਕੇ ਮੁਲਾਕਾਤ ਕਰਕੇ ਆਪਣਾ ਹੋਰ ਕੰਮ ਕਰ ਸਕਦੇ। ਉਹ ਦਿੱਲੀ ਜਾਣਾ ਮਤਲਬ ਕਿ ਉਹਨਾਂ ਲਈ ਅਸਮਾਨ 'ਤੇ ਚੜ੍ਹਨ ਦੇ ਬਰਾਬਰ ਗੱਲ ਹੈ। ਸਵੇਰੇ ਤੁਰਦੇ ਨੇ, ਸ਼ਾਮ ਨੂੰ 4 ਵਜੇ ਮੁਲਾਕਾਤ ਹੁੰਦੀ ਹੈ, ਰਾਤ ਉੱਥੇ ਰੁਕਦੇ ਨੇ, ਧੱਕੇ ਧੋੜੇ ਖਾਂਦੇ ਆਉਂਦੇ ਨੇ, ਤੇ ਫਿਰ ਕਾਨੂੰਨੀ ਤੌਰ 'ਤੇ ਕੋਈ ਗੱਲ ਕਿਤੇ ਨਹੀਂ ਲਾਉਂਦੇ ਜੀ। ਕਰ ਰਹੇ ਆ ਕੀ ਕਰ ਰਹੇ ਆ? ਆਇਆ ਇੱਕ ਛੋਟੀ ਜਿਹੀ ਗੱਲ ਆ, ਜਸਟੀਫਿਕੇਸ਼ਨ ਬੜੀ ਸੋਹਣੀ ਆ ਕਿ ਤਿਹਾੜ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ ਜਥੇਦਾਰ ਸਾਹਿਬ ਨੂੰ। ਕਾਨੂੰਨ ਕਹਿੰਦਾ ਹੈ ਕਿ ਜਿੱਥੇ ਕੇਸ ਪੈਂਡਿੰਗ ਹੋਣਗੇ ਉੱਥੇ ਹੋਣਗੇ, ਉੱਥੇ ਕੈਦੀ ਨੂੰ ਰੱਖਿਆ ਜਾਏਗਾ। ਕਿਉਂ ਨਹੀਂ ਕੇਜਰੀਵਾਲ ਸਾਹਿਬ ਇਹਨਾਂ ਨੂੰ ਕਰਦੇ, ਸ਼ਿਫਟ ਕਿਉਂ ਨਹੀਂ ਕਰਦੇ? ਕੀ ਐਫਰਟ ਹੈ ਇਹਨਾਂ ਨੇ ਕੀਤੀ ਅੱਜ ਤੱਕ, ਜਦੋਂ ਦੀ ਇਹਨਾਂ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀਆਂ ਕਿ ਜੀ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਨਹੀਂ ਰੱਖਿਆ ਜਾ ਸਕਦਾ ਇੱਥੇ ਕਿਉਂਕਿ ਇੱਥੇ ਕੋਈ ਕੇਸ ਪੈਂਡਿੰਗ ਨਹੀਂ। ਦਿੱਲੀ ਸਰਕਾਰ ਦਾ ਕੀ ਸਟੈਂਡ ਹੈ? ਦਿੱਲੀ ਸਰਕਾਰ ਇਹੋ ਹੀ ਕਹਿੰਦੀ ਹੈ ਜੀ ਅਸੀਂ ਕਰ ਰਹੇ ਹਾਂ, ਪਤਾ ਨਹੀਂ ਕਦੋਂ ਕਰਨਾ। ਇੱਦਾਂ ਦਾ ਇਹਨਾਂ ਦਾ ਜਿਹੜਾ ਰਵੱਈਆ ਵਾ, ਖਾਸ ਕਰਕੇ ਜਥੇਦਾਰ ਨਾਲ, ਖਾਸ ਕਰਕੇ ਪੰਜਾਬੀਆਂ ਨਾਲ ਬਿਲਕੁਲ ਮਾੜਾ ਹੈ। ਇਹਦਾ ਇਹਨਾਂ ਨੂੰ ਨਤੀਜਾ ਜਿਹੜਾ ਆਉਣ ਵਾਲੀਆਂ ਇਲੈਕਸ਼ਨਾਂ 'ਚ ਭੁਗਤਣਾ ਪੈ ਸਕਦਾ ਹੈ। ਬਿਲਕੁਲ, ਕਿਉਂਕਿ ਵੱਡਾ ਸਵਾਲ ਹੈ, ਜਿਵੇਂ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਜੀ ਨੇ ਵੀ ਦੱਸਿਆ ਹੈ ਕਿ ਹੈਲਥ ਸੇਵਾਵਾਂ ਦਿੱਲੀ ਸਰਕਾਰ ਦੇ ਅਧੀਨ ਨੇ, ਦਿੱਲੀ ਦੇ ਵਿੱਚ ਏਮਜ਼ ਨੂੰ ਛੱਡ ਕੇ। ਤੇ ਜਿਹੜਾ ਦੀਨ ਦਿਆਲ ਹਸਪੀਟਲ ਹੈ ਉਹ ਹਰੀਨਗਰ ਵਿੱਚ ਪੈਂਦਾ ਹੈ। ਉੱਥੋਂ ਵਿਧਾਇਕ ਵੀ ਮੈਡਮ ਨੇ, ਉਹ ਵੀ ਆਮ ਆਦਮੀ ਪਾਰਟੀ ਦੇ ਨੇ। ਦੂਜੇ ਪਾਸੇ ਜੇਲ੍ਹਾਂ ਦਾ ਡਿਪਾਰਟਮੈਂਟ ਵੀ, ਜੇਲ੍ਹਾਂ ਵੀ ਦਿੱਲੀ ਸਰਕਾਰ ਦੇ ਅਧੀਨ ਨੇ, ਯਾਨੀ ਕੇਜਰੀਵਾਲ ਸਰਕਾਰ ਦੇ। ਤੇ ਹੁਣ ਪੰਜਾਬ ਦੇ ਵਿੱਚ ਆ ਕੇ ਕਹਿਣਾ ਕਿ ਹੈਲਥ ਸੇਵਾਵਾਂ ਦਿੱਲੀ ਦੀਆਂ ਸਭ ਤੋਂ ਬਿਹਤਰ ਨੇ, ਇਹ ਹੁਣ ਅਸਲ ਸੱਚਾਈ ਅਸੀਂ ਨਹੀਂ ਕਹੀ। ਜਥੇਦਾਰ ਜਗਤਾਰ ਸਿੰਘ ਹਵਾਰਾ ਹੁਣਾਂ ਵੱਲੋਂ ਇਹ ਗੱਲ ਸਾਹਮਣੇ ਆਈ ਹੈ, ਕਿਵੇਂ ਉਹਨਾਂ ਨੂੰ ਬਾਥਰੂਮ ਤੱਕ ਵੀ ਸਾਫ਼ ਨਹੀਂ ਮਿਲਿਆ, ਮਜਬੂਰਨ ਉਹਨਾਂ ਨੂੰ ਆਪਣੇ ਕਮਰੇ ਦੇ ਵਿੱਚ ਹੀ ਕਿਰਿਆ ਕਰਨੀ ਪਈ, ਉਹ ਵੀ ਉਦੋਂ ਜਦੋਂ ਹਸਪਤਾਲ ਪ੍ਰਸ਼ਾਸਨ ਨੇ ਜਾਂ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਵੀ ਕਮਰੇ 'ਚ ਹੀ ਕਰ ਲਓ। ਇਹ ਹਾਲਾਤ ਨੇ ਤੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਢੰਡੋਰਾ ਪਿੱਟ ਰਹੇ ਹੋ। ਇਹ ਗੱਲਾਂ ਵੀ ਦੱਸੋ ਨਾ। ਫੋਨ ਕਰਦੇ ਨੇ ਤਾਂ ਫੋਨ ਚੁੱਕਿਆ ਨਹੀਂ ਜਾਂਦਾ। ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜੋ ਸੇਵਾਦਾਰ ਨੇ, ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਤੀਜਾ ਜ਼ੀਰੋ।
ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਮੋਦੀ ਸਰਕਾਰ ਨੂੰ ਤੇ ਕੇਜਰੀਵਾਲ ਸਰਕਾਰ ਨੂੰ, ਜੇਕਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਾਨ ਨੂੰ, ਉਹਨਾਂ ਦੀ ਸਿਹਤ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਹੋਇਆ ਤਾਂ ਚੂਲਾਂ ਸਰਕਾਰੀ ਤਖਤ ਦੀਆਂ ਹਿਲਾ ਦਿੱਤੀਆਂ ਜਾਣਗੀਆਂ। ਪਰ ਉਸ ਤੋਂ ਪਹਿਲਾਂ 2022 ਦੇ ਇਲੈਕਸ਼ਨਸ ਵੀ ਨੇ ਤਾਂ ਪੰਜਾਬੀ ਹਰ ਇੱਕ ਗੱਲ ਯਾਦ ਵੀ ਬੜੀ ਚੰਗੀ ਤਰ੍ਹਾਂ ਰੱਖਦੇ ਨੇ। ਇੱਕ ਗੱਲ ਅਸੀਂ ਜੀ। ਐਡ ਕਰਨਾ ਚਾਹਾਂਗੇ, ਆ ਸਾਡੇ ਕੋਲ ਕੁਝ ਡਾਕੂਮੈਂਟ ਨੇ, ਅਸੀਂ ਆਰਟੀਆਈ ਚ ਕਲੈਕਟ ਕੀਤੇ ਨੇ ਜਥੇਦਾਰ ਸਾਹਿਬ ਦੇ ਮੁਤਲਕ ਨੇ ਜੀ। ਇੱਕ ਮੈਂ ਜਿਹੜੀ ਕੇਸ ਦੀ, ਦੋ ਕੇਸਾਂ ਦੀ ਗੱਲ ਕਰਦਾ ਚੰਡੀਗੜ੍ਹ ਵਾਲਿਆਂ ਦੀ। ਉਹਨਾਂ ਚੋਂ ਇੱਕ ਕੇਸ ਹੈਗਾ ਜੀ FIR ਨੰਬਰ 271, ਇਹਦੀ ਡੇਟਡ ਹੈਗੀ ਆ 11/7/2005। ਇਹਦੇ ਸੈਕਸ਼ਨ ਦੇਖ ਲੀजिए ਜੀ, 121, 121A, 120B, 123, 153 IPC। ਇਹ 2005 ਦਾ ਕੇਸ ਹੈ ਜੀ। 2010 ਦੇ ਵਿੱਚ ਇਹਦੇ ਵਿੱਚ 3 ਬੰਦਿਆਂ ਨੂੰ ਐਕਵਿਟ ਕਰ ਦਿੱਤਾ ਗਿਆ ਸੀ ਬਾਏ ਲਰਨਡ ESG ਲਲਿਤ ਬਤਰਾ ਜੀ ਦੀ ਕੋਰਟ ਦੇ ਵਿੱਚੋਂ। ਇਹ ਕੇਸ ਹਜੇ ਤੱਕ ਸਟੈਂਡ ਕਰਦਾ ਜਥੇਦਾਰ ਸਾਹਿਬ ਦੇ ਖਿਲਾਫ। 3 ਬੰਦੇ ਨੇ ਜਿਹੜੇ, ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। RTI ਪੁਲਿਸ ਦਾ ਸੈਕਟਰ 17 ਦਾ ਰਿਕਾਰਡ ਬੋਲਦਾ ਸਾਡੇ ਕੋਲ ਕਿ ਉਹਨਾਂ ਦਾ ਜਿਹੜਾ ਕੇਸ ਹਜੇ ਵੀ ਸਟੈਂਡ ਕਰਦਾ। ਕਿਉਂ ਕਰਦਾ ਹੈ ਜੀ? ਟਰਾਇਲ ਨਹੀਂ ਕਨਕਲੂਡ ਕਰਦੇ, ਟਰਾਇਲ ਨਹੀਂ ਕਰਾਉਂਦੇ। ਜਿਹੜਾ ਸਾਡਾ, ਮੈਂ ਫਿਰ ਉਸੇ ਗੱਲ ਤੇ ਆ ਗਿਆ ਕਿ ਦਿੱਲੀ ਤੋਂ ਇੱਥੇ ਲਿਆਉਣ ਦੇ ਕੀ ਮਕਸਦ ਨੇ, ਕਿਉਂ ਨਹੀਂ ਟਰਾਂਸਫਰ ਕਰ ਰਹੇ। UT ਜਿਹੜੀ ਇਹ ਉਹਨਾਂ ਨੇ 267 ਇੱਕ CRPC ਦਾ ਸੈਕਸ਼ਨ ਹੈਗਾ ਜਿਹੜਾ ਇੱਥੇ ਲਾਇਆ ਹੋਇਆ ਜਥੇਦਾਰ ਦੇ ਟਰਾਇਲ ਨੂੰ ਰੋਕਣ ਲਈ। ਆ ਮੈਂ ਉਹਨਾਂ ਨੂੰ ਪੜ੍ਹ ਕੇ ਦਿਖਾ ਦਿੰਦਾ ਤੁਹਾਨੂੰ। ਆ ਨੋਟ ਦੇਖਿਓ, ਤੁਸੀਂ ਵੀ ਪੜ੍ਹ ਲਓ। ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਅੰਡਰ ਸੈਕਸ਼ਨ 261 CRPC ਲੱਗੀ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਟਰਾਇਲ ਪੈਂਡਿੰਗ ਹੈ। ਮਾਮਲਾ ਇਕਵਿਟਡ ਵਰਡ ਆ ਰਿਹਾ 27/5/2010 ਦਾ। ਜਿਹੜੇ ਬਾਕੀ ਮੁਲਜ਼ਮ ਨੇ ਉਹ ਸਾਰੇ ਜਿਹੜੇ ਆ ਇਹਦੇ ਚੋਂ ਬਰੀ ਹੋ ਗਏ ਨੇ 27/5/2010 ਨੂੰ, ਤੇ ਜਥੇਦਾਰ ਸਾਹਿਬ ਦਾ ਟਰਾਇਲ ਹੀ ਨਹੀਂ ਸ਼ੁਰੂ ਕਰਦੇ। ਇਹ ਕਿੱਥੋਂ ਦਾ ਕਾਨੂੰਨ ਹੈ ਜੀ? 2005 ਦਾ ਕੇਸ ਹੈਗਾ, 11/7/2005 ਦਾ। ਇਸ ਤੋਂ ਵੱਡੀ ਜਿਹੜੀ ਆ ਕਾਨੂੰਨ 'ਚ ਊਨਤਾਈ ਜਾਂ ਸਰਕਾਰੀ ਢਾਂਚੇ ਦੇ ਵਿੱਚ ਜਿਹੜਾ ਇਨਸਾਫ ਨਾ ਕਰਨ ਦੀ ਗੱਲ ਹੋਰ ਕੋਈ ਐਗਜ਼ਾਮਪਲ ਹੋ ਸਕਦੀ ਆ? ਇਸ ਕੇਸ ਦੇ ਵਿੱਚ ਸਾਡੇ ਇੱਥੇ ਸੈਸ਼ਨ ਅਦਾਲਤ 'ਚ ਇੱਕ ਐਪਲੀਕੇਸ਼ਨ ਦਿੱਤੀ ਗਈ ਜ਼ਮਾਨਤ ਵਾਸਤੇ, ਜ਼ਮਾਨਤ ਰੱਦ ਕੀਤੀ ਗਈ। ਹਾਈ ਕੋਰਟ 'ਚ ਦਿੱਤੀ ਗਈ, ਹਾਈ ਕੋਰਟ 'ਚ ਰੱਦ ਕੀਤੀ ਗਈ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਚਲਿਆ ਗਿਆ। ਕਿਸੇ ਅਦਾਲਤ ਨੇ ਇਹ ਨਹੀਂ ਕਿਹਾ ਠੀਕ ਹੈ ਜ਼ਮਾਨਤ ਦੇਣਾ ਨਹੀਂ ਦੇਣੀ ਜਾਂ ਦੇਣੀ, ਇਹ ਜੱਜਿਸ ਦੀ ਆਪਣੀ ਮਰਜ਼ੀ ਆ। ਪਰ ਇਹ ਤਾਂ ਗੱਲ ਉਹਨਾਂ ਦੇ ਨੋਟਿਸ 'ਚ ਆਉਣੀ ਚਾਹੀਦੀ ਆ ਕਿ 2005 ਦਾ ਕੇਸ ਆ ਤੇ ਅੱਜ 2021 ਹੋ ਚੱਲਿਆ, 21 ਵੀ ਖਤਮ ਹੋ ਚੱਲਿਆ, ਤੇ ਟਰਾਇਲ ਕਿਉਂ ਨਹੀਂ ਖਤਮ ਕਰਦੇ? ਟਰਾਇਲ ਕਿਹਨੇ ਖਤਮ ਕਰਨਾ? ਅਸੀਂ ਕਰਨਾ। ਪ੍ਰੋਸੀਕਿਊਸ਼ਨ ਕਿਹਨੇ ਚਲਾਉਣੀ ਆ? ਪੁਲਿਸ ਨੇ ਚਲਾਉਣੀ ਆ। ਚਲਵਾਉਣੀ ਕਿਹਨੇ ਆ? ਅਦਾਲਤ ਨੇ ਚਲਾਉਣੀ ਆ। ਕੋਈ ਇਸ ਗੱਲ ਨੂੰ ਧਿਆਨ ਹੀ ਨਹੀਂ ਦਿੰਦਾ। ਇੱਦਾਂ ਹੀ ਸੇਮ ਕੇਸ ਇੱਕ 36 ਥਾਣੇ ਦਾ ਹੈ ਜੀ ਚੰਡੀਗੜ੍ਹ ਦੇ। ਇੱਦਾਂ ਹੀ ਇੱਕ ਸੇਮ ਸੁਹਾਣੇ ਥਾਣੇ ਦਾ ਮੋਹਾਲੀ 'ਚ ਪੈਂਡਿੰਗ ਆ। ਕਿੱਥੋਂ ਇਹ ਕੇਸ ਨਿਬੜਨਗੇ ਜੇ ਟਰਾਇਲ ਹੀ ਨਹੀਂ ਕਨਕਲੂਡ ਕਰਨਾ? ਕਾਨੂੰਨ ਜਿਹੜਾ, ਸਰਕਾਰ ਆਪਣੇ ਕਾਨੂੰਨ ਤੋਂ ਆਪ ਹੀ ਭੱਜੀ ਜਾਂਦੀ ਹੈ। ਜੁਡੀਸ਼ਰੀ ਟਰਾਇਲ ਕਨਕਲੂਡ ਕਰੋ, ਜੋ ਉਹਦੇ 'ਚ ਬਣਦਾ ਇਕਵਿਟ ਕਰਨਾ ਇਕਵਿਟ ਕਰ ਦਿਓ, ਕਨਵਿਕਟ ਕਰਨਾ ਕਨਵਿਕਟ ਕਰ ਦਿਓ। ਕਿੰਨੀ ਵੱਡੀ ਉਹਨਾਂ ਦੀ ਜਿਹੜੀ ਆ ਕਸਟਡੀ ਹੋ ਗਈ ਆ ਜਿਹੜੇ ਸੈਕਸ਼ਨਸ ਨੇ ਇਹਨਾਂ ਦੀ ਕਸਟਡੀ ਜੇ ਉਦੋਂ ਤੋਂ ਗਿਣ ਲਈ ਜਾਵੇ 2005 ਤੋਂ, ਤੇ ਪਤਾ ਨਹੀਂ ਮੇਰੇ ਹਿਸਾਬ ਨਾਲ 2 3 ਵਾਰੀ ਉਹਨਾਂ ਨੇ ਸਜ਼ਾ ਭੁਗਤ ਲਈ ਆ। ਪਰ ਟਰਾਇਲ ਨਹੀਂ ਕਨਕਲੂਡ ਕਰਨਾ। ਇਸ ਕਰਕੇ ਨਹੀਂ ਕਰਨਾ ਕਿ ਉਹਨਾਂ ਨੂੰ ਪਰੋਲ ਦੇ ਚਾਂਸ ਨਾ ਬਣਨ, ਪਰੋਲ ਨਾ ਲੈ ਪਾਉਣ। ਪਰੋਲ ਦੀ ਇੱਕ ਕੰਡੀਸ਼ਨ ਹੈਗੀ ਆ, ਜਿਨ੍ਹਾਂ ਤੱਕ ਜਾਂ ਦੇ ਸਾਰੇ ਕੇਸਾਂ ਜੇ ਤੁਸੀਂ ਜਿੰਨੇ ਕੇਸ ਨੇ ਡਿਸਾਈਡ ਹੋ ਜਾਣ, ਭਾਵੇਂ ਕਨਵਿਕਟ ਹੋ ਜਾਓ ਭਾਵੇਂ ਇਕਵਿਟ ਹੋ ਜਾਓ, ਠੀਕ ਹੈ ਜੀ। ਮਚ ਆਫ ਦੀ ਕੇਸਿਸ 'ਚ ਜਿਹੜੇ ਨੇ ਜਥੇਦਾਰ ਸਾਹਿਬ ਇਕਵਿਟ ਹੋਏ ਨੇ। ਇਹ 3-4 ਕੇਸ ਮੇਰੇ ਹਿਸਾਬ ਨਾਲ ਇਸੇ ਕਰਕੇ ਪੈਂਡਿੰਗ ਰੱਖੇ ਨੇ ਕਿ ਇਹਨਾਂ ਨੂੰ ਜਿਹੜਾ ਪਰੋਲ ਦਾ ਮੌਕਾ ਨਾ ਮਿਲੇ। ਇਹ ਪਰੋਲ ਦੇ ਬਾਹਰ ਆਉਂਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਬੜਾ ਵੱਡਾ ਸੁਧਾਰ ਆਉਂਦਾ। 26 ਸਾਲ ਬਾਅਦ ਜਿਹੜਾ ਉਹਨਾਂ ਨੇ ਸੂਰਜ ਜਿਹੜਾ ਦੇਖਣਾ, ਉੱਥੇ ਜਿਹੜਾ ਕਾਲ ਕੋਠੜੀ 'ਚ ਰੱਖਿਆ, ਇਹ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਆ, ਹੋਰ ਕੀ ਨੇ? ਠੀਕ ਆ, ਇੱਕ ਪਿੱਛੇ ਸਧਰਮ 'ਚ ਚੱਲੀਏ ਜੋ ਉਹਨਾਂ 'ਤੇ ਕੇਸ ਚੱਲ ਰਿਹਾ, ਬੇਅੰਤ ਸਿੰਘ ਐਸੀਨੇਸ਼ਨ ਵਾਲਾ ਕੇਸ, ਉਹਦਾ ਪਿਛਲਾ ਸਧਰਮ 'ਤੇ ਦੇਖੋ ਕੋਈ ਕਿ ਜਥੇਦਾਰ ਸਾਹਿਬ ਦੀ ਜਾਂ ਉਹਨਾਂ ਦੇ ਸਾਥੀਆਂ ਦੀ ਕੋਈ ਨਿੱਜੀ ਦੁਸ਼ਮਣੀ ਸੀ ਬੇਅੰਤ ਸਿੰਘ ਨਾਲ? ਕੀ ਉਹਦੀ ਦੁਸ਼ਮਣੀ ਸੀ? ਕੁਛ ਵੀ ਨਹੀਂ।
ਸਿਰਫ ਇਸ ਕਰਕੇ ਕਿ ਜੇ ਉਹ ਐਕਸ਼ਨ 31 ਅਗਸਤ 1995 ਵਾਲਾ ਨਾ ਕੀਤਾ ਜਾਂਦਾ ਤੇ ਕਿਸੇ ਨੌਜਵਾਨ ਦੇ ਸਿਰ ਤੇ ਪੱਗ ਨਹੀਂ ਦਿਖਣੀ ਸੀ। ਸਿੱਖ ਚਿਹਰੇ ਮੋਹਰੇ ਵਾਲਾ ਤੁਹਾਨੂੰ ਕੋਈ ਨੌਜਵਾਨ ਨਹੀਂ ਦਿਖਣਾ ਸੀ, ਸ਼ਾਇਦ ਅਸੀਂ ਵੀ ਨਹੀਂ ਦਿਖਣੇ ਸੀ। ਅਸੀਂ ਅੱਜ ਸਾਡੇ ਸਿਰ ਤੇ ਪੱਗ ਆ, ਚਿਹਰੇ ਤੇ ਦਾੜੀ ਆ, ਤੇ ਜੇ 1995 ਦਾ ਦੌਰ ਤੁਸੀਂ ਸਾਡੇ ਤੋਂ ਜ਼ਿਆਦਾ ਇਸ ਗੱਲ ਨੂੰ ਸਮਝ ਸਕਦੇ ਹੋ। ਉਸ ਮਾਹੌਲ 'ਚ ਚਲੇ ਜਾਓ, ਜਿਹਨੇ ਕੇਸਰੀ ਸਾਫਾ ਬੰਨਿਆ ਹੁੰਦਾ ਸੀ, ਜਿਹਦੇ ਮੁੱਛ ਵੀ ਨਹੀਂ ਫੁੱਟਦੀ ਸੀ, ਉਹਨੂੰ ਗੋਲੀ ਮਾਰ ਕੇ ਫੇਕ ਐਨਕਾਊਂਟਰ 'ਚ ਸੁੱਟ ਦਿੱਤਾ ਜਾਂਦਾ ਸੀ। ਦਰਿਆਵਾਂ ਦੇ ਦਰਿਆ ਭਰਤੇ ਮਾਝੇ ਜ਼ਿਲ੍ਹੇ 'ਚ, ਮਾਝਾ ਜਿਹੜਾ ਜ਼ੋਨ ਹੈਗਾ, ਮਾਲਵਾ ਹੈਗਾ, ਦੁਆਬਾ ਹੈਗਾ, ਉੱਥੇ ਇੱਦਾਂ ਦੇ ਪਿੰਡ ਨੇ ਜਿੱਥੇ 10-10 ਸਾਲ ਕੋਈ ਬਰਾਤ ਹੀ ਨਹੀਂ ਚੜ੍ਹੇ, ਸਿਰਫ ਸਿਵੇ ਹੀ ਉੱਠੇ ਨੇ। ਇਸ ਧਰਮ 'ਚ ਜਿਹੜਾ ਐਕਸ਼ਨ ਕਰਨਾ ਪਿਆ, ਠੀਕ ਆ, ਉਹ ਜਿਹੜਾ ਉਹਨਾਂ ਨੇ ਐਕਸ਼ਨ ਕੀਤਾ ਠੀਕ ਕੀਤਾ, ਸਾਰੀ ਸੰਗਤ ਇਸ ਗੱਲ ਨੂੰ ਮਾਨਤਾ ਦਿੰਦੀ ਆ। ਫਿਰ ਉਹਨਾਂ ਨੂੰ ਇਦਾਂ ਦਾ ਵਤੀਰਾ ਕਿਉਂ ਜਦੋਂ ਪੋਲੀਟੀਕਲ ਪ੍ਰਿਜ਼ਨਰ ਨੇ? ਘੱਟੋ ਘੱਟ ਉਹਨਾਂ ਦੇ ਟਰਾਇਲ ਕਨਕਲੂਡ ਹੋਣੇ ਚਾਹੀਦੇ ਨੇ। ਉਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰ ਦਾ ਦਰਜਾ ਦੇ ਕੇ ਉਹਨਾਂ ਨੂੰ ਬਣਦੀਆਂ ਉਹਨਾਂ ਦੇ ਰਾਈਟਸ ਦੇਣੇ ਚਾਹੀਦੇ ਨੇ, ਜੋ ਉਹਨਾਂ ਦੇ ਅਧਿਕਾਰ ਨੇ ਦੇਣੇ ਚਾਹੀਦੇ ਨੇ। ਉਹਨਾਂ ਦੀ ਸਿਹਤਯਾਬੀ ਲਈ ਦਿੱਲੀ ਸਰਕਾਰ ਜਿੰਨੀਆਂ ਕੋਸ਼ਿਸ਼ਾਂ ਕਰ ਸਕਦੀਆਂ ਉਹਨੂੰ ਕਰਨੀਆਂ ਚਾਹੀਦੀਆਂ ਨੇ। ਜਥੇਦਾਰ ਨੂੰ 10 ਲੱਖ ਦੇ ਸਰਬੱਤ ਖਾਲਸੇ ਨੇ ਚੱਬੇ ਦੀ ਪਵਿੱਤਰ ਜਗ੍ਹਾ ਧਰਤੀ ਤੋਂ ਚੁਣਿਆ ਸੀ। ਇਸ ਗੱਲ ਨੂੰ ਕੇਜਰੀਵਾਲ ਸਰਕਾਰ ਨੂੰ ਭੁੱਲਣਾ ਨਹੀਂ ਚਾਹੀਦਾ। ਜੇ ਜਥੇਦਾਰ ਸਾਹਿਬ ਦੀ ਏਡੀ ਵੱਡੀ ਮਹੱਤਤਾ ਵਾ, ਪੰਜਾਬ ਨੂੰ ਇਹ ਆਪਣਾ ਜਥੇਦਾਰ ਪੈਰਲਰ ਚੁਣਨਾ ਪਿਆ, ਤੇ ਇਸ ਗੱਲ ਨੂੰ ਕੇਜਰੀਵਾਲ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਕਿ ਉਹਨਾਂ ਦਾ ਰਾਜਨੀਤਿਕ ਤੌਰ ਤੇ ਕਿੱਡਾ ਵੱਡਾ ਕੱਦ ਹੈਗਾ। ਉਹ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਨੇ, ਉਹ ਸਾਡੇ ਹੀਰੋ ਨੇ, ਨੌਜਵਾਨਾਂ ਦੇ ਹੀਰੋ ਨੇ ਅਸਲ ਤੌਰ 'ਤੇ, ਪੰਥਕ ਤੌਰ 'ਤੇ, ਜਿਨ੍ਹਾਂ ਨੇ ਆਪਣੀ ਨੌਜਵਾਨੀ ਸਾਰੀ ਕੌਮ ਦੇ ਲੇਖੇ ਲਾਤੀ ਆ। ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਜਿਹੜਾ ਤੁਸੀਂ ਇਹ ਗੱਲਾਂ ਸੰਗਤ ਦੇ ਰੂਬਰੂ ਕਰੋਗੇ। ਸ਼ਾਇਦ ਇਹ ਗੱਲਾਂ ਸੁਣ ਕੇ ਕੇਜਰੀਵਾਲ ਸਰਕਾਰ ਦੀ ਵੀ ਕੋਈ ਉਹਨਾਂ ਨੂੰ ਸੋਝੀ ਆਵੇ, ਉਹਨਾਂ ਦੀ ਸੁੱਤੀ ਸਰਕਾਰ ਉੱਠੇ, ਸੋ ਡੈਟ ਕਿ ਜੋ ਕਿ ਆਪਣੇ ਜਥੇਦਾਰ ਸਾਹਿਬ ਦਾ ਕੋਈ ਸਿਹਤ ਲਈ ਤੇ ਉਹਨਾਂ ਦੇ ਬਣਦੇ ਅਧਿਕਾਰਾਂ ਦਾ ਧਿਆਨ ਕਰ ਸਕੇ ਜੀ। ਬਿਲਕੁਲ, ਸਿਰਫ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਹੀਂ, ਬਾਕੀ ਵੀ ਜਿਹੜੇ ਉੱਥੇ ਕੈਦੀ ਨੇ ਜਾਂ ਮਰੀਜ਼ ਨੇ, ਕਿਉਂਕਿ ਸਿਰਫ ਦਾਅਵਿਆਂ ਦੀ ਗੱਲ ਨਹੀਂ, ਹਕੀਕਤ ਵਿੱਚ ਜ਼ਮੀਨੀ ਹਕੀਕਤ ਕੀ ਹੈ ਉਹ ਇਸ ਖਬਰ ਤੋਂ ਬਾਅਦ ਜਾਂ ਫਿਰ ਜਗਤਾਰ ਸਿੰਘ ਹਵਾਰਾ ਹੋਣਾ ਦੀ ਹੱਡਬੀਤੀ ਤੋਂ ਬਾਅਦ ਇਸ ਸਾਹਮਣੇ ਆਈ ਹੈ। ਤੇ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਜਾਣੇ ਨੇ। ਗਲਤੀ ਸੁਧਾਰੋ ਤੇ ਧਿਆਨ ਰੱਖਿਆ ਜਾਵੇ, ਕਿਉਂਕਿ ਸਿਹਤ ਸੇਵਾਵਾਂ ਵੀ ਤੁਹਾਡੀਆਂ ਨੇ ਤੇ ਜੇਲ੍ਹ ਪ੍ਰਸ਼ਾਸਨ ਵੀ ਤੁਹਾਡਾ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।